ओंकार सतनाम करता पुरख निरभौ निरवैर अकाल मूरत अजूनी सैभं गुर प्रसाद ज्ञान ध्यान किछ कर्म ना जाना नाहे ना निर्मल करनी साध संगत के अंचल लावो बिखमन दी जाए तरनी सो कहो टल गुरु सेविए अहनिस सहज सुपाए दर्शन परसे गुरु कै जन्म मरण दुख जाए दर्शन परसे गुरु कै जन्म मरण दुख जाए सतनाम वाहेगुरु साहिब जियो आसा महला पंजवा निमख काम स्वाद कारण कोट दिनस दुख पावे करी मुहत रंग माणे फिर बहर बहर पछतावे निमख काम स्वाद कारण कोट दिनस दुख पावे करी मुहत रंग माणे फिर बहर बहर पछतावे अंधे चेत हर हर राया तेरा सो दिन नेड़े आया रहाओ पलक दृष्ट देख भूलो आक नीम को तुमर जैसा संग बिसियर स्यों है रे तैसो ही यह परग्रह बैरी कारण पाप करता बसत रही अमाना छोड़ जाहे तिन ही स्यों संगी साजन स्यों बैराना सगल संसार ए है बिद व्याप्यो सो उबर्यो जिस गुरपुरा कहो नानक पव सागर तरयो पए पुनीत शरीरा सगल संसार ए है बिद व्याप्यो सो उबर्यो जिस गुरपुरा कहो नानक पव सागर तरयो पए पुनीत शरीरा। वाहिगुरु जी का खालसा वाहिगुरु जी की फतेह। आप जी ने जो शब्द सरवण किया है यह शब्द धन श्री गुरु अर्जन देव जी दे मुखारबिंद तो उच्चारण किया होया आसा राग अंदर धन श्री गुरु ग्रंथ साहिब जी दे अंग 403 ते सुभाएमान है जी। इस शब्द की विचार करन तो पहला आओ इस शब्द दियां रहाओ दियां तुक्कां नूं संगती रूप विच गायन करिए जी। चेत हर हर राया अंधे चेत हर हर राया
चेत हर हर राया, अंधे चेत हर हर राया। तेरा सौ दिन नेड़े आया, तेरा सौ दिन नेड़े आया। चेत हर हर राया, अंधे चेत हर हर राया। अंधे चेत हर हर राया, तेरा 100 दिन नेड़े आया। रहाओ। इस शब्द विच रहाओ दे बंद विच गुरु अर्जन पातशाह जी महाराज ਇਹ ਫੁਰਮਾਨ ਕਰ ਰਹੇ ਹਨ ਕਿ हे ਕਾਮ ਵਾਸਨਾ ਵਿੱਚ ਅੰਨੇ ਹੋਏ ਜੀਵ, ਇਹ ਵਿਕਾਰਾਂ ਵਾਲਾ ਰਾਹ ਛੱਡ ਦੇ ਤੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇ, ਕਿਉਂਕਿ ਹੁਣ ਤੇਰਾ ਉਹ ਦਿਨ ਨੇੜੇ ਆ ਰਿਹਾ ਹੈ ਜਦੋਂ ਤੂੰ ਇਸ ਦੁਨੀਆ ਤੋਂ ਕੂਚ ਕਰ ਜਾਣਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿੱਥੇ ਇਹ ਮਨੁੱਖੀ ਸਰੀਰ 5 ਤੱਤਾਂ ਦਾ ਬਣਿਆ ਹੈ, ਇਸ ਵਿੱਚ ਮਨ, ਬੁੱਧੀ, ਚਿੱਤ ਤੇ ਹੰਕਾਰ ਹਨ ਅਤੇ 5 ਵਿਸ਼ੇ ਵਿਕਾਰ ਵੀ ਹਨ। ਇਹ ਐਸੇ 5 ਜਜ਼ਬੇ ਹਨ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਸ ਤੇ ਜੇ ਮਨੁੱਖ ਕਾਬੂ ਨਾ ਰੱਖ ਸਕੇ ਤਾਂ ਉਹ ਵਿਕਾਰੀ ਬਣ ਜਾਂਦਾ ਹੈ ਤੇ ਕਮਜ਼ੋਰ ਹੋ ਜਾਂਦਾ ਹੈ। ਪਵਿੱਤਰ ਅਤੇ ਸਮਾਜਿਕ ਜੀਵਨ ਵਿੱਚ ਜੀਣ ਲਈ ਇਹਨਾਂ ਤੇ ਕਾਬੂ ਰੱਖਣਾ ਬਹੁਤ ਜ਼ਰੂਰੀ ਹੈ। ਇੱਕ ਮਨੁੱਖ ਅਤੇ ਪਸ਼ੂ ਵਿਚਕਾਰ ਇਹੀ ਇੱਕ ਅੰਤਰ ਹੁੰਦਾ ਹੈ। ਪਸ਼ੂ ਆਪਣੀਆਂ ਕਾਮਨਾਵਾਂ ਤੇ ਕਾਬੂ ਨਹੀਂ ਰੱਖ ਸਕਦਾ, ਪਰ ਮਨੁੱਖ ਸਵੈ ਕਾਬੂ ਰੱਖ ਸਕਦਾ ਹੈ। ਇਹ ਵਿਕਾਰ ਜ਼ਹਿਰ ਦੀ ਤਰ੍ਹਾਂ ਅਸਰ ਕਰਦੇ ਹਨ। ਕਿਸੇ ਸੁੰਦਰ ਇਸਤਰੀ ਦਾ ਖਿਆਲ ਹੀ ਮਨੁੱਖ ਨੂੰ ਵਿਕਾਰੀ ਬਣਾ ਦਿੰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਫੁਰਮਾਉਂਦੇ ਹਨ, ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋਂ ਘਰ ਬਾਰ ਮਨਾ। ਮਾਰੈ ਲੂਟੈ ਨੀਤ ਨੀਤ, ਕਿਸ ਆਗੈ ਕਰੀ ਪੁਕਾਰ ਜਨਾ। ਹਿਰਨ ਨੂੰ ਕੰਨਾਂ ਦਾ ਰਸ, ਮੱਛੀ ਨੂੰ ਜੀਭ ਦਾ ਸਵਾਦ, ਭੌਰੇ ਨੂੰ ਸੂੰਘਣ ਦਾ ਰੋਗ, ਪਤੰਗੇ ਨੂੰ ਵੇਖਣ ਦਾ ਸ਼ੌਂਕ ਤੇ ਹਾਥੀ ਨੂੰ ਕਾਮ ਦਾ ਰਸ, ਇਹ ਸਭ ਇੱਕ ਇੱਕ ਰੋਗ ਕਰਕੇ ਦੁਖੀ ਹੁੰਦੇ ਹਨ। ਪਰ ਮਨੁੱਖ ਨੂੰ 5 ਵਿਕਾਰਾਂ ਨੇ ਗ੍ਰਹਿਸਿਆ ਹੋਇਆ ਹੈ। ਇਸ ਸ਼ਬਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਇੱਕ ਐਸੇ ਵਿਕਾਰ ਦੀ ਗੱਲ ਕਰ ਰਹੇ ਹਨ ਜੋ ਸਭ ਤੋਂ ਤੇਜ਼ ਅਤੇ ਰਸਦਾਇਕ ਜਜ਼ਬਾ ਹੈ, ਜੋ ਮਨੁੱਖਾਂ, ਪਸ਼ੂਆਂ ਅਤੇ ਪੰਛੀਆਂ ਸਭ ਤੇ ਅਸਰ ਕਰਦਾ ਹੈ। ਹਿੰਦੁਸਤਾਨ ਦੇ ਮਹਾਪੁਰਖਾਂ ਨੇ ਇਸ ਨੂੰ ਸਭ ਤੋਂ ਵੱਧ ਨਿੰਦਿਆ ਹੈ। ਕਾਮ ਵਾਸਨਾ, ਜਿਸ ਦਾ ਅਰਥ ਹੈ ਲਿੰਗ ਵਾਸ਼ਨਾ, ਭੋਗ ਬਿਲਾਸ ਦੀ ਵਧੀ ਹੋਈ ਇੱਛਾ। ਇਸ ਦੇ ਕਾਰਨ ਮਨੁੱਖ ਨੂੰ ਨਰਕ ਭੋਗਣਾ ਪੈਂਦਾ ਹੈ, ਉਸ ਨੂੰ ਕਈ ਜੂਨਾਂ ਵਿੱਚ ਭਟਕਣਾ ਪੈਂਦਾ ਹੈ। ਮਨੁੱਖ ਦਾ ਜਪ, ਤਪ, ਸੰਜਮ ਸਭ ਨਸ਼ਟ ਹੋ ਜਾਂਦਾ ਹੈ। ਇਹ ਰਸ ਥੋੜਾ ਸੁੱਖ ਦੇਣ ਵਾਲਾ ਤੇ ਜੀਵ ਨੂੰ ਚੰਚਲ ਬਣਾਉਣ ਵਾਲਾ ਹੁੰਦਾ ਹੈ। ਕਾਮ ਸਰੀਰ ਦੇ ਅੰਦਰ ਇੱਕ ਐਸਾ ਚੋਰ ਹੈ ਜੋ ਗਿਆਨ ਰਤਨ ਨੂੰ ਚੁਰਾ ਲੈਂਦਾ ਹੈ। ਇਤਿਹਾਸ ਦੱਸਦਾ ਹੈ ਕਿ ਵੱਡੇ ਵੱਡੇ ਹੱਠੀ, ਚੱਪੀ, ਤਪੀ ਤੇ ਰਿਸ਼ੀ ਮੁਨੀ ਵੀ ਇਸ ਦੇ ਅਸਰ ਤੋਂ ਬਚ ਨਹੀਂ ਸਕੇ। ਹਿੰਦੁਸਤਾਨੀ ਚਿੱਤਰਕਾਰਾਂ ਨੇ ਕਾਮ ਨੂੰ ਇੱਕ ਸੁੰਦਰ ਬੱਚੇ ਦੀ ਸ਼ਕਲ ਵਿੱਚ ਚਿੱਤਰਿਆ ਹੈ, ਜਿਸ ਦੇ ਹੱਥ ਵਿੱਚ 5 ਸੁੰਦਰ ਫੁੱਲਾਂ ਦੇ ਬਾਣ ਫੜੇ ਹੋਏ ਹਨ। ਪੱਛਮੀ ਚਿੱਤਰਕਾਰਾਂ ਨੇ ਵੀ ਇਸ ਨੂੰ ਕਿਉਂ ਭਿੜਕਿਆ ਹੈ ਕਿ ਕਾਮ ਮਾਰਿਆ ਜਾ ਸਕਦਾ ਹੈ? ਨਹੀਂ, ਜਦ ਤੱਕ ਮਨੁੱਖੀ ਸਰੀਰ ਕਾਇਮ ਹੈ ਤਦ ਤੱਕ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਸ ਵਿੱਚ ਰਹਿਣਗੇ ਹੀ। ਵੱਡੇ ਵੱਡੇ ਹੱਠੀਆਂ, ਚੱਪੀਆਂ, ਤਪੀਆਂ ਨੇ ਇਕਾਂਤਵਾਸ ਰਹਿ ਕੇ, ਇਸਤਰੀ ਦਾ ਤਿਆਗ ਕਰਕੇ ਅਤੇ ਅੱਗ ਧਤੂਰਾ ਖਾ ਕੇ ਇਸ ਨੂੰ ਮਾਰਨ ਦਾ ਯਤਨ ਕੀਤਾ, ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਸਿੱਖ ਧਰਮ ਨੇ ਜਜ਼ਬਿਆਂ ਨੂੰ ਮਾਰਨ ਤੇ ਜ਼ੋਰ ਨਹੀਂ ਦਿੱਤਾ, ਸਗੋਂ ਉਸ ਤੇ ਕਾਬੂ ਕਰਨ ਤੇ ਸਹੀ ਢੰਗ ਨਾਲ ਉਸ ਦੀ ਵਰਤੋਂ ਕਰਨੀ ਦੱਸੀ ਹੈ।
ਇੱਕ ਰੱਥ ਦੇ ਘੋੜੇ ਮਾਰ ਦਿੱਤੇ ਜਾਣ ਜਾਂ ਕਮਜ਼ੋਰ ਕਰ ਦਿੱਤੇ ਜਾਣ ਤਾਂ ਉਹ ਰੱਥ ਕਿਸੇ ਟਿਕਾਣੇ ਤੇ ਨਹੀਂ ਪਹੁੰਚੇਗਾ। ਉਸ ਨੂੰ ਮਾਰਨ ਦੀ ਥਾਂ ਉਸ ਨੂੰ ਕਾਬੂ ਕਰਨ ਦੀ ਲੋੜ ਹੈ। ਸਿੱਖ ਧਰਮ ਵਿੱਚ ਗ੍ਰਹਸਥੀ ਹੋਣਾ, ਸੰਜਮੀ ਹੋਣਾ, ਏਕਾ ਨਾਰੀ ਜਤੀ ਹੋਏ ਦਾ ਆਦਰਸ਼ ਪੇਸ਼ ਕੀਤਾ ਹੈ। ਗੁਰਬਾਣੀ ਦਾ ਫੁਰਮਾਨ ਹੈ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਭਗਤ ਨਾਮਦੇਵ ਜੀ ਫੁਰਮਾਉਂਦੇ ਹਨ, ਪਰ ਧਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਵਸੈ ਨਰ ਹਰੀ। ਜੋ ਪਰਾਏ ਧਨ ਅਤੇ ਪਰਾਈ ਇਸਤਰੀ ਦਾ ਤਿਆਗ ਕਰ ਦਿੰਦਾ ਹੈ, ਐਸੇ ਮਨੁੱਖ ਨੂੰ ਪ੍ਰਭੂ ਮਿਲਾਪ ਵਿੱਚ ਦੇਰੀ ਨਹੀਂ ਲੱਗਦੀ। ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਮੈਂ ਐਸੇ ਸਿੱਖ ਤੋਂ ਬਲਿਹਾਰ ਜਾਂਦਾ ਹਾਂ, ਵਾਰੇ ਜਾਂਦਾ ਹਾਂ ਅਤੇ ਸਦਕੇ ਜਾਂਦਾ ਹਾਂ, ਜੋ ਕਦੀ ਪਰਾਈ ਇਸਤਰੀ ਦੇ ਨੇੜੇ ਨਹੀਂ ਜਾਂਦਾ। ਹੋਂ ਤਿਸ ਘੋਲ ਘੁਮਾਇਆ, ਪਰ ਨਾਰੀ ਦੈ ਨੇੜ ਨਾ ਜਾਵੇ। ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਇੱਕ ਵਾਰੀ ਜੰਗ ਵਿੱਚ ਸਿੱਖਾਂ ਦੇ ਹੱਥ ਇੱਕ ਜਵਾਨ ਮੁਸਲਮਾਨ ਔਰਤ ਦਾ ਡੋਲਾ ਆ ਗਿਆ ਤਾਂ ਸਿੱਖਾਂ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਜਿਵੇਂ ਮੁਸਲਮਾਨ ਹਿੰਦੂਆਂ ਦੀ ਬਹੂ ਬੇਟੀਆਂ ਦੀ ਇੱਜ਼ਤ ਲੁੱਟਦੇ ਹਨ, ਤਾਂ ਕਿਉਂ ਨਾ ਉਹਨਾਂ ਤੋਂ ਵੀ ਇਸ ਗੱਲ ਦਾ ਬਦਲਾ ਲਿੱਤਾ ਜਾਵੇ। ਪਰੰਤੂ ਗੁਰਬਾਣੀ ਦੇ ਪਾਵਨ ਉਪਦੇਸ਼ ਉਹਨਾਂ ਦੇ ਸਾਹਮਣੇ ਸਨ, ਜੋ ਉਹਨਾਂ ਨੂੰ ਐਸਾ ਕੁਕਰਮ ਕਰਨ ਤੋਂ ਰੋਕ ਰਹੇ ਸਨ। ਤਾਂ ਸਿੱਖਾਂ ਨੇ ਗੁਰੂ ਸਾਹਿਬ ਜੀ ਦੇ ਸਨਮੁਖ ਹੋ ਕੇ ਇਹ ਸ਼ੰਕਾ ਰੱਖੀ ਤੇ ਪੁੱਛਿਆ ਕਿ ਜੇਕਰ ਮੁਸਲਮਾਨ ਹਿੰਦੂਆਂ ਦੀ ਬਹੂ ਬੇਟੀਆਂ ਨਾਲ ਬੁਰਾ ਸਲੂਕ ਕਰ ਸਕਦੇ ਹਨ, ਤਾਂ ਸਿੱਖ ਧਰਮ ਦੇ ਅਸੂਲ ਉਹਨਾਂ ਪਾਸੋਂ ਸਿੱਖਾਂ ਨੂੰ ਬਦਲਾ ਲੈਣ ਲਈ ਕਿਉਂ ਰੋਕਦੇ ਹਨ। ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ ਕਿ ਅਸੀਂ ਖਾਲਸਾ ਪੰਥ ਨੂੰ ਮਨੁੱਖਤਾ ਦੀ ਸਿਖਰ ਤੇ ਪਹੁੰਚਾਉਣਾ ਹੈ, ਉਸ ਨੂੰ ਕਿਸੇ ਡੂੰਘੀ ਖੱਡ ਵਿੱਚ ਨਹੀਂ ਸੁੱਟਣਾ। ਇਸਤਰੀ ਭਾਵੇਂ ਦੁਸ਼ਮਣ ਦੀ ਹੀ ਕਿਉਂ ਨਾ ਹੋਵੇ, ਉਸ ਨੂੰ ਆਪਣੀ ਮਾਂ, ਭੈਣ ਤੇ ਧੀ ਸਮਝ ਕੇ ਉਸ ਨੂੰ ਪੂਰਾ ਯੋਗ ਸਤਿਕਾਰ ਦੇਣਾ ਹੈ। ਕਵੀ ਸੰਤੋਖ ਸਿੰਘ ਜੀ ਇਸ ਪੂਰੀ ਵਾਰਤਾ ਨੂੰ ਸੂਰਜ ਪ੍ਰਕਾਸ਼ ਵਿੱਚ ਕੁਝ ਇਸ ਤਰ੍ਹਾਂ ਲਿਖਦੇ ਹਨ। ਪੁੰਨ ਸਿੰਘਨ ਬੂਝੇ ਗੁਣ ਖਾਨੀ, ਸਕਲ ਤੁਰਕ ਭੁਗਵੈ ਹਿੰਦਵਾਨੀ। ਸਿੱਖ ਬਦਲਾ ਲੈ ਭਲਾ ਜਣਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤਾਂ ਗੁਰੂ ਸਾਹਿਬ ਜੀ ਨੇ ਅੱਗੋਂ ਜਵਾਬ ਦਿੱਤਾ, ਸੁਣ ਸਤਿਗੁਰ ਬੋਲੇ ਤਿਸ ਬੇਰੇ, ਹਮਲੇ ਜਾਣੋ ਪੰਥ ਉਚੇਰੇ। ਨਾਹੇ ਅਦੋਗਤ ਬਿਖੈ ਪੁਚਾਵੈ, ਤਾਂ ਤੇ ਕਲਮਲ ਕਰਨ ਹਟਾਵੈ। ਭਾਈ ਗੁਰਦਾਸ ਜੀ ਆਪਣੇ ਕਵਿਤ ਵਿੱਚ ਇਹ ਲਿਖਦੇ ਹਨ ਕਿ ਜਿਸ ਤਰ੍ਹਾਂ ਇਤਨੇ ਸਾਲਾਂ ਵਿੱਚ ਚੰਗੀ ਤਰ੍ਹਾਂ ਪਾਲੀ ਹੋਈ ਮਨੁੱਖਾ ਦੇਹੀ ਥੋੜ੍ਹੀ ਜਿਹੀ ਜ਼ਹਿਰ ਖਾਣ ਨਾਲ ਮਰ ਜਾਂਦੀ ਹੈ, ਜਿਸ ਤਰ੍ਹਾਂ ਮੱਝ ਦਾ ਤਾਜ਼ਾ ਚੋਇਆ ਹੋਇਆ ਬਰਤਨ ਭਰ ਦੁੱਧ ਇੱਕ ਕਾਂਜੀ ਦੀ ਬੂੰਦ ਪੈਣ ਨਾਲ ਖਰਾਬ ਹੋ ਜਾਂਦਾ ਹੈ, ਜਿਸ ਤਰ੍ਹਾਂ ਕਰੋੜਾਂ ਮਣ ਇਕੱਠਾ ਕੀਤਾ ਹੋਇਆ ਰੂੰ ਇੱਕ ਨਿੱਕੀ ਜਿਹੀ ਅੱਗ ਦੀ ਚਿੰਗਿਆੜੀ ਨਾਲ ਸੜ ਕੇ ਸੁਆਹ ਹੋ ਜਾਂਦਾ ਹੈ, ਉਸੇ ਤਰ੍ਹਾਂ ਹੀ ਇਸਤਰੀ ਪੁਰਸ਼ ਦੇ ਚੰਗੇ ਕਰਮਾਂ ਦੀ ਰਾਸ ਪੂੰਜੀ ਪਰਾਏ ਸਰੀਰ ਨਾਲ ਵਿਕਾਰ ਅਤੇ ਪਰਾਇਆ ਧਨ ਚੁਰਾਉਣ ਕਰਕੇ ਸਹਿਜੇ ਹੀ ਨਾਸ਼ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਫੁਰਮਾਉਂਦੇ ਹਨ, ਜੈਸੇ ਬਿਖ ਤਨਕ ਹੀ ਖਾਤ ਮਰ ਜਾਤ ਤਾਤ, ਗਾਤ ਮੁਰਝਾਤ ਪ੍ਰਤਪਾਲੀ ਬਰਖਨ ਕੀ। ਮਹਿਖੀ ਦੁਹਾਏ दूध राखिए भांजन पर, परत कांजी की बूंद बाद ना रखन की। जैसे कोट भार तूल रंचक चिनग परे, होत पसमात छिनमै अकरखन की। तैसे पर तन दुख ना बिकार किए, हरै निध सुकृत सहज हरखन की। सो गुरु प्यारिओ, ਅਸੀਂ ਵੇਖਦੇ ਹਾਂ ਕਿ ਸਿੱਖ ਧਰਮ ਵਿੱਚ ਕਾਮ ਦੇ ਜਜ਼ਬੇ ਨੂੰ ਕੰਟਰੋਲ ਕਰਨ ਵਾਸਤੇ ਅਤੇ ਆਪਣਾ ਆਚਰਣ ਉੱਚਾ ਬਣਾਉਣ ਵਾਸਤੇ ਗੁਰਬਾਣੀ ਤੇ ਰਹਿਤ ਮਰਿਆਦਾ ਵਿੱਚ ਪੂਰਾ ਜ਼ੋਰ ਦਿੱਤਾ ਗਿਆ ਹੈ। ਗੁਰੂ ਦੇ ਕਹੇ ਅਨੁਸਾਰ ਕਾਮ, ਨੀਂਦ ਅਤੇ ਭੁੱਖ ਵਧਾਏ ਜਾਂ ਘਟਾਏ ਜਾ ਸਕਦੇ ਹਨ। ਇੱਕ ਚੰਗਾ ਆਦਮੀ ਇਹਨਾਂ ਨੂੰ ਕਾਬੂ ਵਿੱਚ ਰੱਖਦਾ ਹੈ ਅਤੇ ਇੱਕ ਮੂਰਖ ਆਦਮੀ ਇਹਨਾਂ ਦੇ ਅਧੀਨ ਹੋ ਜਾਂਦਾ ਹੈ। ਆਪਣੀਆਂ ਮਨੋਕਾਮਨਾਵਾਂ ਨੂੰ ਕਾਬੂ ਵਿੱਚ ਰੱਖਣਾ ਜੀਵਨ ਤੇ ਸਿਹਤ ਲਈ ਬਹੁਤ ਜ਼ਰੂਰੀ ਹੈ। ਵਾਹਿਗੁਰੂ ਦਾ ਨਾਮ,
सिमरन, कुसंगत दा त्याग, सत संगत विच रहना, सादी पोशाक पहननी, वर्जिश करनी, ये सब गल्लां बहुत जरूरी हैं। पर सब तो वध ये जरूरी है कि हर समय किसी चंगे काम विच रुझे रहना। सो आओ गुरु प्यारिओ, हुण इस शब्द के अखरी अर्थां नूं भी समझण दा यतन करिए। निमख काम स्वाद कारण, कोट दिनस दुख पावै, करी मुहत रंग माणै, फिर बहुर बहुर पछतावै। निमख भाव अख झमकण जितना समा। पहले बंद विच गुरु अर्जन पातशाह जी महाराज ये फरमाउंदे हन कि हे अन्ने जीव, थोड़ा जितना समा काम वासना दे स्वाद दे खातर तू करोड़ा ही दिन दुख सहारदा है। तू घड़ी दो घड़ियां मौजा माणदा है अते उस तो पिछों तू मुड़ मुड़ पछताउंदा है। अंधे चेत हर हर राया, तेरा सो दिन नेड़े आया। रहाओ दे बंद विच गुरु अर्जन पातशाह जी महाराज ये बख्शिश करते हैं कि हे काम वासना विच अन्ने होए जीव, यह विकारा वाला राह छड्ड दे ते प्रभु दा नाम सिमरन करना शुरू कर दे, क्योंकि हुण तेरा ओह दिन नेड़े आ रहा है जदों तू इस दुनिया तो कूच कर जाना है। पलक दृष्ट देख भूलो, आक नीम को तुमर, जैसा संग बिसियर स्यों है रे, तैसो ही यह परग्रह। तुमर भाव कौड़ा अते बिसियर भाव सप। गुरु अर्जन पातशाह जी महाराज ये समझाते हैं कि हे अन्ने जीव, अक नीम वर्गा कौड़ा तुमा जो सिर्फ वेखण विच ही सोहना हुंदा है, उसनों थोड़े जितने समय लई वेख के तो भुल जाना है। हे अन्ने जीव, पराई इस्त्री दा साथ इउं है जिवें सप नाल साथ है। बैरी कारण पाप करता, बसत रही अमाना, छोड़ जाहे तिन ही स्यों संगी, साजन स्यों बैराना। गुरु अर्जन पातशाह जी महाराज ये बख्शिश करते हैं कि हे अन्ने जीव, वैर कमाण वाली माया दे खातर तू करोड़ा ही पाप करदा है, पर जो असल चीज तेरे नाल निभनी है वो तां लांबे ही पई रह जाती है। जिन्हां ने आखिर तैनू छड्ड जाना है उन्हां नाल तू साथ बनाया होया है अते प्रभु पातशाह नाल तू वैर पाया होया है। सगल संसार ए है बिद व्याप्यो, सो उबरियो जिस गुरपुरा, कहो नानक पव सागर तरियो, भये पुनीत शरीरा। पुनीत भाव पवित्र। आखिरी बंद विच गुरु अर्जन पातशाह जी महाराज ये समझाते हैं कि सारा संसार मोह माया दे जाल विच फसिया होया है अते इस तो ओही बाहर निकल सकता है जिसदा राखा गुरु आप बनता है। ओह मनुख संसार समुंदर तो पार लंघ जाता है अते उसका शरीर पवित्र हो जाता है, भाव वो विषय विकारां तो बच जाता है। सो गुरु प्यारो, इस शब्द का समुचा भाव अते तत्सार ये है कि मनुखी जीवन को सफल करने लई वाहिगुरू दी शरण विच पै के सेवा सिमरन करके अते विषय विकारां तो बच के अपने आचरण नूं उच्चा सुच्चा रखना है। सो आओ गुरु प्यारिओ, गुरु दे लड़ ला के अपने जीवन नूं सफला करिए, अमृत छकीए अते गुरु वाले बनिए, तां ही हो सकणगे यह लोक सुखीए पर लोक सोहेले, नानक हर प्रभ आपे मेले। इन्नी कुछ सेवा प्रवान करना, होइयां भुल्लां नूं खिमा। आओ फतेह दी सांझ करिए। वाहिगुरू जी का खालसा, वाहिगुरू जी की फतेह।